हेलो फ्रेंड्स, वेलकम टू माय चैनल ईजी लर्निंग ऑफ क्लास 11। सो ਅੱਜ ਤੋਂ ਆਪਾਂ 11th ਕਲਾਸ ਦੇ ਮੈਡੀਕਲ ਦੇ ਕੈਮਿਸਟਰੀ ਫਿਜ਼ਿਕਸ ਤੇ ਬਾਇਓਲੋਜੀ ਸਬਜੈਕਟਸ ਜਿਹੜੇ ਆ ਉਹ ਪੜ੍ਹਨੇ ਸਟਾਰਟ ਕਰਾਂਗੇ। ਸੋ ਇਸ ਚੈਨਲ ਤੇ ਤੁਹਾਨੂੰ ਸਬਜੈਕਟਸ ਜੋ ਹੈ ਇੰਗਲਿਸ਼ ਦੇ ਨਾਲ ਨਾਲ ਪੰਜਾਬੀ 'ਚ ਸਮਝਾਉਣ ਦੀ ਮੈਂ ਕੋਸ਼ਿਸ਼ ਕਰਾਂਗੀ, ਬਿਕੋਜ਼ ਮੈਂ ਜਾਣਦੀ ਹਾਂ ਵੀ ਜਿਹੜੇ ਸਟੂਡੈਂਟਸ ਪੰਜਾਬ ਬੋਰਡ ਤੋਂ ਹੋਣਗੇ ਉਹ 10th ਤੱਕ ਸਾਇੰਸ ਪੜ੍ਹ ਕੇ ਪੰਜਾਬੀ 'ਚ ਆਏ ਹੋਣਗੇ। ਸੋ ਇੱਕਦਮ ਪੰਜਾਬੀ ਤੋਂ ਇੰਗਲਿਸ਼ ਮੀਡੀਅਮ ਵਿੱਚ ਆਉਣ ਵਿੱਚ ਥੋੜ੍ਹੀ ਡਿਫੀਕਲਟੀ ਆਉਂਦੀ ਹੈ। ਸੋ ਆਪਾਂ ਨੂੰ ਕੀ ਹੁੰਦਾ ਆ ਵੀ ਸਟਾਰਟਿੰਗ ਦੇ ਚੈਪਟਰ ਸਮਝ ਨਹੀਂ ਆਉਂਦੇ ਬਿਕੋਜ਼ ਅਸੀਂ ਪੰਜਾਬੀ ਮੀਡੀਅਮ ਤੋਂ ਆਏ ਹੁੰਦੇ ਹਾਂ। ਸੋ ਉਹਦੇ ਵਾਸਤੇ ਮੈਂ ਸੋਚਿਆ ਕਿ ਕਿਉਂ ਨਾ ਆਪਾਂ ਇੰਗਲਿਸ਼ ਜਿਹੜੀ ਕੈਮਿਸਟਰੀ ਆਪਾਂ ਪੜ੍ਹਨੀ ਆ, ਬਾਇਓਲੋਜੀ ਜਾਂ ਫਿਜ਼ਿਕਸ ਜੋ ਵੀ ਪੜ੍ਹਨਾ ਹੈ, ਸੋ ਉਹਨੂੰ ਇੰਗਲਿਸ਼ 'ਚ ਪੜ੍ਹਨ ਦੇ ਨਾਲ ਨਾਲ ਜਿਹੜੀਆਂ ਉਹਦੀਆਂ ਬੇਸਿਕ ਟਰਮਸ ਆ ਪਹਿਲਾਂ ਪੰਜਾਬੀ 'ਚ ਸਮਝੀਆਂ ਜਾਣ, ਬਿਕੋਜ਼ ਪੰਜਾਬੀ 'ਚ ਸਾਨੂੰ ਕਾਫੀ ਹੱਦ ਤੱਕ ਆਉਂਦੀਆਂ ਹੁੰਦੀਆਂ। ਸੋ ਇਸ ਲਈ ਮੈਂ ਟਰਾਈ ਕੀਤੀ ਹੈ ਵੀ ਕੋਈ ਵੀ ਟੌਪਿਕ ਹੈ ਜਾਂ ਕੋਈ ਵੀ ਵਰਡ ਆਉਂਦਾ ਹੈ, ਸੋ ਪਹਿਲਾਂ ਮੈਂ ਉਹਨੂੰ ਪੰਜਾਬੀ 'ਚ ਤੁਹਾਨੂੰ ਸਮਝਾਵਾਂ, ਬਿਕੋਜ਼ ਪੰਜਾਬੀ 'ਚ ਅਸੀਂ ਸਾਰੇ ਕਾਫੀ ਹੱਦ ਤੱਕ ਜਾਣਦੇ ਹਾਂ। ਸੋ ਲੈਟ ਸਟਾਰਟ, ਚੈਪਟਰ ਕਰਦੇ ਹਾਂ ਸਟਾਰਟ। ਸੋ ਫਸਟ ਕੈਮਿਸਟਰੀ ਦਾ ਫਸਟ ਚੈਪਟਰ ਸਟਾਰਟ ਕਰਨ ਲੱਗੀ ਹਾਂ, ਦੈਟ ਇਜ਼ ਸਮ ਬੇਸਿਕ ਕੌਨਸੈਪਟਸ ਆਫ ਕੈਮਿਸਟਰੀ। ਮਤਲਬ ਕੈਮਿਸਟਰੀ ਦੇ ਬੇਸਿਕਸ ਕੀ ਹੈ, ਐਕਚੁਅਲੀ ਕੈਮਿਸਟਰੀ ਅਸੀਂ ਕੀ ਕੀ ਪੜ੍ਹਾਂਗੇ। ਸੋ ਫਸਟ ਆਫ ਆਲ ਕੈਮਿਸਟਰੀ ਨੂੰ ਪੰਜਾਬੀ 'ਚ ਕਹਿੰਦੇ ਆ ਰਸਾਇਣ ਵਿਗਿਆਨ। ਅਸੀਂ ਆਲਮੋਸਟ 7th ਔਰ 8th ਕਲਾਸ ਤੋਂ ਪੜ੍ਹਦੇ ਆਏ ਹਾਂ ਰਸਾਇਣ ਵਿਗਿਆਨ। ਸੋ ਉਹਦੇ 'ਚ ਕੀ ਪੜ੍ਹਦੇ ਹਾਂ ਅਸੀਂ, ਉਹ ਸਾਰਾ ਕੁਛ ਆਪਾਂ ਹੁਣ ਪੜ੍ਹਾਂਗੇ ਥੋੜ੍ਹੀ ਐਲੈਬੋਰੇਟ ਫਾਰਮ ਦੇ ਵਿੱਚ। ਸੋ ਫਸਟ ਆਫ ਆਲ ਕੈਮਿਸਟਰੀ ਦੀ ਡੈਫੀਨੇਸ਼ਨ। ਸੋ ਕੈਮਿਸਟਰੀ ਇਜ਼ ਦ ਸਾਇੰਸ ਆਫ ਮੋਲੀਕਿਊਲਸ ਐਂਡ ਦੇਅਰ ਟਰਾਂਸਫੋਰਮੇਸ਼ਨਸ। ਸੋ ਕੈਮਿਸਟਰੀ ਕੀ ਆ, ਸਾਇੰਸ ਹੈ ਕਾਹਦੀ, ਮੋਲੀਕਿਊਲਸ ਦੀ ਐਂਡ ਦੇਅਰ ਟਰਾਂਸਫੋਰਮੇਸ਼ਨਸ। ਸੋ ਫਸਟ ਆਫ ਆਲ ਸਾਨੂੰ ਪਤਾ ਹੋਣਾ ਚਾਹੀਦਾ ਵਾਟ ਇਜ਼ ਮੋਲੀਕਿਊਲ। ਸੋ ਮੋਲੀਕਿਊਲ ਫॉर द टाइमिंग ਤੁਸੀਂ ਇਹ ਯਾਦ ਰੱਖੋ ਵੀ ਮੋਲੀਕਿਊਲ ਕੀ ਹੁੰਦਾ ਆ, ਕਿਸੇ ਵੀ ਪਦਾਰਥ ਦਾ ਜਾਂ ਕਿਸੇ ਵੀ ਮੈਟਰ ਦਾ ਛੋਟੇ ਤੋਂ ਛੋਟਾ ਪਾਰਟੀਕਲ, ਐਂਡ देयर ਟਰਾਂਸਫੋਰਮੇਸ਼ਨ, ਔਰ ਉਹਨਾਂ ਦੇ ਚੇਂਜਿਸ ਕਿੱਦਾਂ ਆਉਂਦੀਆਂ। ਇਟ ਇਜ਼ ਅ ਸਾਇੰਸ ਨਾਟ ਸੋ ਮਚ ਆਫ ਦ 100 ਐਲੀਮੈਂਟਸ ਬਟ ਆਫ ਇਨਫਾਈਨਾਈਟ ਵੈਰਾਈਟੀ ਆਫ ਮੋਲੀਕਿਊਲਸ ਦੈਟ ਮੇ ਬੀ ਬਿਲਟ ਫਰੋਮ ਦੈਮ। ਸੋ ਇਹ ਸਾਇੰਸ ਵਿੱਚ ਅਸੀਂ ਕੁਝ ਸਿਲੈਕਟਡ ਪਦਾਰਥ ਨਹੀਂ ਪੜ੍ਹਨੇ, ਅਸੀਂ ਸਾਰਾ ਕੁਝ ਪੜ੍ਹਨਾ ਆ। ਕੁਝ ਤਾਂ ਅਸੀਂ ਇੱਦਾਂ ਦੇ ਮੋਲੀਕਿਊਲਸ ਵੀ ਪੜ੍ਹਨੇ ਆ ਜਿਹੜੇ ਅਜੇ ਤੱਕ ਡਿਕਲੇਅਰ ਨਹੀਂ ਹੋਏ ਜਾਂ ਜਿਨ੍ਹਾਂ ਬਾਰੇ ਸਾਨੂੰ ਬਹੁਤੀ ਨੌਲੇਜ ਨਹੀਂ ਹੈਗੀ। ਸੋ ਕੈਮਿਸਟਰੀ ਬਹੁਤ ਵਾਸਟ ਸਬਜੈਕਟ ਹੈ, ਈਜ਼ੀ ਹੈ, ਸਮਝਾਂਗੇ ਤਾਂ ਈਜ਼ੀ ਹੈ। ਸੋ ਸਭ ਤੋਂ ਪਹਿਲਾਂ ਮੈਨੂੰ ਲੱਗਾ ਵੀ ਸਾਨੂੰ ਡੈਫੀਨੇਸ਼ਨ ਕਲੀਅਰ ਹੋਣੀ ਚਾਹੀਦੀ, ਵਾਟ ਇਜ਼ ਮੈਟਰ। ਸੋ ਮੈਟਰ ਕੀ ਹੈ, ਮੈਟਰ ਇਜ਼ ਐਨੀਥਿੰਗ ਦੈਟ ਆਕਿਊਪਾਈਜ਼ ਸਪੇਸ ਐਂਡ ਪੋਜੈਸਿਸ ਮਾਸ, ਜਿਹਨੂੰ ਆਪਾਂ ਪੰਜਾਬੀ 'ਚ ਮਾਦਾ ਕਹਿੰਦੇ ਹਾਂ। ਸੋ ਕੋਈ ਵੀ ਚੀਜ਼ ਜਿਸ ਦਾ ਕੋਈ ਭਾਰ ਹੋਵੇ ਅਤੇ ਉਹ ਕੋਈ ਜਗ੍ਹਾ ਘੇਰਦੀ ਹੋਵੇ, ਉਹਨੂੰ ਆਪਾਂ ਮੈਟਰ ਕਹਿੰਦੇ ਹਾਂ। ਫੋਰ ਐਗਜ਼ਾਮਪਲ ਮੈਂ ਹੁਣ ਇਸ ਟਾਈਮ ਦੀ ਗੱਲ ਕਰਾਂ, ਮੇਰੇ ਕੋਲ ਕੀ ਹੈ, ਬੁੱਕ ਹੈ, ਪੈਨਸਿਲ ਹੈ, ਕਾਪੀ ਹੈ, ਠੀਕ ਹੈ, ਮੋਬਾਈਲ ਫੋਨ ਹੈ, ਇਹ ਸਾਰਾ ਕੁਝ ਕੀ ਹੈ, ਇਹ ਮੈਟਰ ਹੀ ਤਾਂ ਹੈ। ਕਿਉਂ? ਕਿਉਂਕਿ ਇਹਨਾਂ ਦਾ ਕੋਈ ਨਾ ਕੋਈ ਭਾਰ ਵੀ ਹੈ ਔਰ ਇਹ ਨਾ ਕੋਈ ਜਗ੍ਹਾ ਵੀ ਘੇਰ ਹੈ। ਠੀਕ ਹੈ ਜੀ, ਓਕੇ। ਨੈਕਸਟ ਇਜ਼ ਕੈਮਿਸਟਰੀ ਦੀ ਡੈਫੀਨੇਸ਼ਨ। ਸੋ ਕੈਮਿਸਟਰੀ ਇਜ਼ ਦ ਬ੍ਰਾਂਚ ਆਫ ਸਾਇੰਸ ਦੈਟ ਸਟੱਡੀਜ਼ ਦ ਕੰਪੋਜੀਸ਼ਨ, ਪ੍ਰੋਪਰਟੀਜ਼ ਐਂਡ ਇੰਟਰੈਕਸ਼ਨ ਆਫ ਮੈਟਰ। ਸੋ ਕੈਮਿਸਟਰੀ ਕੀ ਹੈ, ਸਾਇੰਸ ਦੀ ਇੱਕ ਬ੍ਰਾਂਚ ਹੈ, ਸਾਇੰਸ ਦੀ ਇੱਕ ਸ਼ਾਖਾ ਕਹਿ ਸਕਦੇ ਹਾਂ, ਦੈਟ ਸਟੱਡੀਜ਼, ਕੀ ਸਟੱਡੀ ਕਰਦਾ ਉਹ, ਮੈਟਰ ਦੇ ਬਾਰੇ। ਸੋ ਮੈਟਰ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕੀ ਹਾਂ ਵੀ ਮੈਟਰ ਕੀ ਹੈ, ਐਨੀਥਿੰਗ ਦੈਟ ਆਕਿਊਪਾਈਜ਼ ਸਪੇਸ ਐਂਡ ਪੋਜੈਸਿਸ ਮਾਸ। ਸੋ ਮੈਟਰ ਦੀ ਕੰਪੋਜੀਸ਼ਨ ਕੀ ਹੈ, ਕੰਪੋਜੀਸ਼ਨ ਮੀਨਸ ਉਹਦੀ ਰਚਨਾ ਕੀ ਹੈ, ਰਚਨਾ ਮੀਨਸ ਵੀ ਉਹ ਕਾਹਦੇ ਤੋਂ ਬਣਿਆ ਹੋਇਆ ਆ, ਠੀਕ ਹੈ। ਫਿਰ ਉਹਦੀਆਂ ਪ੍ਰੋਪਰਟੀਜ਼ 'ਚ ਕੀ ਆਉਂਦੀਆਂ, ਉਹਦੀਆਂ ਖੂਬੀਆਂ ਕੀ ਆ ਜਾਂ ਉਹਦੀਆਂ ਕਾਮੀਆਂ ਕੀ ਆ, ਜਾਂ ਮੈਂ ਕਹਿ ਸਕਦੀ ਹਾਂ ਵੀ ਉਹਨਾਂ ਦੇ ਮੈਨੂੰ ਫਾਇਦੇ ਕੀ ਆ, ਨੁਕਸਾਨ ਕੀ ਹੈ। ਸੋ ਮੈਂ ਸਾਰਾ ਕੁਝ ਪਹਿਲਾਂ ਉਹਦੇ ਬਾਰੇ ਪੜ੍ਹੂੰਗੀ ਤਾਂ ਹੀ ਮੈਨੂੰ ਪਤਾ ਲੱਗੇਗਾ। ਸੋ ਨੈਕਸਟ ਚੀਜ਼ ਹੈ ਇੰਟਰੈਕਸ਼ਨ ਆਫ ਮੈਟਰ। ਮਤਲਬ ਇੱਕ ਮੈਟਰ ਦੂਜੇ ਮੈਟਰ ਨਾਲ ਕਿੱਦਾਂ ਇੰਟਰੈਕਟ ਕਰਦਾ। ਹੁਣ ਮੈਂ ਗੱਲ ਕਰਾਂ ਤਾਂ ਇਹ ਪੈਨਸਿਲ ਬਣੀ ਆ, ਇਹ ਪੈਨਸਿਲ ਕਿੱਦਾਂ ਬਣੀ ਹੈ, ਲੱਕੜ ਹੈ ਔਰ ਵਿੱਚ ਗ੍ਰੇਫਾਈਟ ਹੈ। ਸੋ ਇਹ ਕਿਸੇ ਤਰ੍ਹਾਂ ਇੰਟਰੈਕਟ ਕੀਤੀ ਤਾਂ ਹੀ ਕੋਈ ਨਵਾਂ ਮੈਟਰ ਬਣਿਆ। ਸੋ ਸਾਰਾ ਕੁਝ ਪਹਿਲਾਂ ਸਾਨੂੰ ਬੇਸਿਕਸ ਕਲੀਅਰ ਹੋਣਗੇ ਵੀ ਇਹ ਐਕਚੁਅਲੀ ਹੈ ਕੀ, ਉਸ ਤੋਂ ਬਾਅਦ ਹੀ ਅਸੀਂ ਪੜ੍ਹਾਂਗੇ। ਸੋ ਕੈਮਿਸਟਰੀ ਸਾਨੂੰ ਇਹੀ ਦੱਸੇਗੀ। ਸੋ ਨੈਕਸਟ ਟੌਪਿਕ ਹੈ ਇੰਪੋਰਟੈਂਸ ਆਫ ਕੈਮਿਸਟਰੀ। ਮਤਲਬ ਕੈਮਿਸਟਰੀ ਦੀ ਸਾਡੀ ਲਾਈਫ 'ਚ ਕੀ ਇੰਪੋਰਟੈਂਸ ਹੈ। ਹੁਣ ਮੈਂ ਤੁਹਾਨੂੰ ਹੁਣੇ ਹੀ ਆਪਾਂ ਐਗਜ਼ਾਮਪਲਸ ਲਈਆਂ, ਕਾਪੀ ਪੈਨ ਦੇ, ਪੈਨਸਿਲ, ਠੀਕ ਹੈ। ਆਪਾਂ ਆਪਣੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਾਲ ਡੀਲ ਕਰਦੇ ਹਾਂ ਜੋ ਡਾਇਰੈਕਟਲੀ ਕੈਮਿਸਟਰੀ ਨਾਲ ਰਿਲੇਟਡ ਹੈ, ਠੀਕ ਹੈ। ਸੋ ਕੈਮਿਸਟਰੀ ਕੀ ਹੈ, ਇੱਕ ਸਾਇੰਸ ਦੀ ਬ੍ਰਾਂਚ ਹੈ, ਠੀਕ ਹੈ, ਜਿਹੜੀ ਕਿ ਸਾਰੀਆਂ ਬਾਕੀ ਸਬਜੈਕਟਸ ਦੇ ਬ੍ਰਾਂਚਿਸ ਦੇ ਨਾਲ ਕੀ ਹੈ, ਸਾਡੀ ਡੇਲੀ ਲਾਈਫ 'ਚ ਬਹੁਤ ਰੋਲ ਇੰਪੋਰਟੈਂਟ ਪਲੇ ਕਰਦੀ ਹੈ, ਠੀਕ ਹੈ। ਆਪਾਂ ਹੁਣੇ ਗੱਲ ਹੀ ਕੀਤੀ ਕਾਪੀ ਪੈਨਸਿਲ ਦੀ, ਹੋਰ ਕੀ ਹੈ, ਅਸੀਂ ਡੇਲੀ ਲਾਈਫ 'ਚ ਕੀ ਆ ਕਾਫੀ ਚੀਜ਼ਾਂ ਨਾਲ ਡੀਲ ਕਰਦੇ ਜਿਨ੍ਹਾਂ 'ਚ ਕੈਮਿਸਟਰੀ ਆਉਂਦੀ ਆ।
ਸੋ ਇਸੇ ਤਰ੍ਹਾਂ ਜਿੱਦਾਂ ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਸੱਚ ਐਸ ਵੈਦਰ ਪੈਟਰਨ, ਵੈਦਰ ਦੇ ਜਿਹੜੇ ਪੈਟਰਨ ਹੈ, ਵੈਦਰ ਮਤਲਬ ਮੌਸਮ, ਉਹਨਾਂ ਵਿੱਚ ਸਾਨੂੰ ਕੈਮਿਸਟਰੀ ਦੀ ਲੋੜ ਹੈ। ਸਾਡੇ ਬ੍ਰੇਨ ਦੀ ਫੰਕਸ਼ਨਿੰਗ ਹੈ ਉਹਦੇ 'ਚ ਕੈਮਿਸਟਰੀ ਦੀ ਲੋੜ ਹੈ, ਠੀਕ ਹੈ। ਡਿਫਰੈਂਟ ਤਰ੍ਹਾਂ ਦੀਆਂ ਕੰਪਨੀਜ਼ ਹੈ, ਇੰਡਸਟਰੀਜ਼ ਹੈ, ਜਸਟ ਸਕੂਲ ਕਾਲਜ ਹੈ, ਕੁਝ ਵੀ ਹੈ, ਉੱਥੇ ਸਾਨੂੰ ਕੀ ਹੈ, ਕੈਮਿਸਟਰੀ ਦੀ ਲੋੜ ਹੈ, ਠੀਕ ਹੈ ਜੀ। ਸੋ ਕੈਮਿਸਟਰੀ ਜਿਹੜੀ ਆ ਹਰ ਜਗ੍ਹਾ, ਫੂਡ ਹੋਵੇ ਚਾਹੇ ਹੈਲਥ ਹੋਵੇ, ਚਾਹੇ ਇੰਡਸਟਰੀਅਲ ਹੋਣ ਡਿਪਾਰਟਮੈਂਟ ਹੋਵੇ, ਚਾਹੇ ਐਗਰੀਕਲਚਰ ਫੀਲਡ ਹੋਵੇ, ਕੋਈ ਵੀ ਫੀਲਡ ਹੋਵੇ, ਉੱਥੇ ਕੈਮਿਸਟਰੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਸੋ ਅਗਰ ਤੁਸੀਂ ਚਾਹੋ ਤਾਂ ਇਹ ਟੌਪਿਕ ਪੜ੍ਹ ਸਕਦੇ ਹੋ, ਠੀਕ ਹੈ ਜੀ। ਉਸ ਤੋਂ ਨੈਕਸਟ ਜਿਹੜਾ ਆਪਣਾ ਮੇਨ ਟੌਪਿਕ ਸਟਾਰਟ ਹੁੰਦਾ ਹੈ, ਦੈਟ ਇਜ਼ ਨੇਚਰ ਆਫ ਮੈਟਰ। So what is matter? I already mentioned that. What is matter? So matter is anything that occupies space and possesses mass. So matter ਕੀ ਹੈ, ਕੋਈ ਵੀ ਚੀਜ਼ ਜਿਹਦਾ ਕੋਈ ਭਾਰ ਆ ਤੇ ਉਹ ਕੋਈ ਥਾਂ ਘੇਰਦੀ। ਸੋ ਮੈਂ ਕੀ ਐਕਚੁਅਲੀ ਸਾਇੰਟਿਸਟ ਨੇ ਕੀ ਕੀਤਾ ਵੀ ਮੈਟਰ ਨੂੰ ਫਿਜ਼ੀਕਲੀ ਉਹਨਾਂ ਦੀ ਦੇਖਣ ਦੇ ਦਿੱਖ ਤੋਂ ਉਹਨਾਂ ਨੂੰ ਕੀ ਆ 3 ਪਾਰਟਸ ਡਿਵਾਈਡ ਕੀਤਾ, ਦੈਟ ਇਜ਼ ਸੋਲਿਡ, ਲਿਕੁਇਡ ਐਂਡ ਗੈਸ। ਸੋਲਿਡ ਨੂੰ ਆਪਾਂ ਪੰਜਾਬੀ 'ਚ ਠੋਸ ਕਹਿੰਦੇ ਆ, ਲਿਕੁਇਡ ਨੂੰ ਤਰਲ ਕਹਿੰਦੇ ਆ, ਔਰ ਗੈਸ ਹੀ ਕਹਿੰਦੇ ਆ, ਠੀਕ ਹੈ। ਸੋ ਸਿੰਪਲੀ ਮੈਂ ਐਗਜ਼ਾਮਪਲ ਲਵਾਂ, ਸੋਲਿਡ ਅਸੀਂ ਡੇਲੀ ਲਾਈਫ 'ਚ ਡੀਲ ਕਰਦੇ ਹਾਂ, ਬਰਫ਼ ਹੈ, ਖੰਡ ਹੈ, ਇਹ ਸਾਰਾ ਕੁਝ ਕੀ ਹੈ, ਸੋਲਿਡ ਹੈ। ਲਿਕੁਇਡ ਕੀ ਹੈ, ਪਾਣੀ ਹੈ, ਦੁੱਧ ਹੈ। ਗੈਸ ਹਵਾ ਜਿਹੜੀ ਅਸੀਂ ਅੰਦਰ ਲੈ ਰਹੇ ਹਾਂ, ਆਕਸੀਜਨ ਲੈ ਰਹੇ, ਉਹ ਵੀ ਕੀ ਇੱਕ ਗੈਸ ਹੈ। ਸੋ ਇਹ ਸਾਰੇ ਬਾਰੇ ਆਪਾਂ ਪੜ੍ਹਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਨ ਜਾ ਰਹੇ ਹਾਂ ਸੋਲਿਡ ਬਾਰੇ। ਸੋ ਸੋਲਿਡ ਕੀ ਆ, ਮੈਂ ਕੋਸ਼ਿਸ਼ ਕੀਤੀ ਆ ਥੋੜ੍ਹਾ ਜਿਹਾ ਡਾਇਗਰਾਮ ਬਣਾਉਣ ਦੀ। ਸੋ ਸੋਲਿਡ 'ਚ ਤੁਸੀਂ ਦੇਖੋ ਜਿਹੜੇ ਉਹ ਗੋਲੇ ਮੈਂ ਬਣਾਏ ਹੋਏ, ਐਕਚੁਅਲੀ ਕੀ ਆ, ਉਹ ਸੋਲਿਡ ਦੇ ਪਾਰਟੀਕਲਸ ਹੈ, ਸੋਲਿਡ ਦੇ ਕਹਿ ਲਓ ਇੱਕ ਅੰਸ਼ ਹੈ। ਸੋ ਸੋਲਿਡ ਵਿੱਚ ਕੀ ਹੁੰਦਾ ਆ, ਜਿਹੜੇ ਪਾਰਟੀਕਲਸ ਆ ਦੇ ਆਰ ਹੈਲਡ ਵੈਰੀ ਕਲੋਜ਼ ਟੂ ਈਚ ਅਦਰ, ਉਹ ਬਹੁਤ ਨੇੜੇ ਪਏ ਆ। ਤੁਸੀਂ ਦੇਖ ਹੀ ਰਹੇ ਹੋ ਡਾਇਗਰਾਮ ਦੇ ਵਿੱਚ ਵੀ ਉਹ ਬਹੁਤ ਨੇੜੇ ਪਏ ਆ। ਸੋ ਇਸ ਕਰਕੇ ਉਹਨਾਂ ਵਿੱਚ ਇੰਟਰ ਪਾਰਟੀਕਲ ਜਿਹੜੀ ਸਪੇਸ ਹੈ ਉਹ ਵੈਰੀ ਲੈਸ ਹੁੰਦੀ ਹੈ। ਜੇ ਮੈਂ ਤੁਹਾਨੂੰ ਕੋਸ਼ਿਸ਼ ਕਰਾਂ ਸਮਝਾਉਣ ਦੀ, ਲਾਈਕ ਦਿਸ, ਮੈਂ ਕੀ ਕਰ ਰਹੀ ਹਾਂ, 2 ਸਰਕਲ ਡਰਾ ਕਰ ਰਹੀ ਹਾਂ, ਦਿਸ ਵਨ ਐਂਡ ਦਿਸ ਵਨ, ਦੀਜ਼ ਆਰ 2 ਪਾਰਟੀਕਲਸ। ਸੋ ਇਹਨਾਂ ਵਿੱਚ ਜਿਹੜਾ ਡਿਸਟੈਂਸ ਹੈ ਇਹਨੂੰ ਕਹਿੰਦੇ ਆ ਇੰਟਰ ਪਾਰਟੀਕਲ ਡਿਸਟੈਂਸ। ਇੰਟਰ ਪਾਰਟੀਕਲ ਸਪੇਸ ਕਹ ਲਓ ਜਾਂ ਇੰਟਰ ਪਾਰਟੀਕਲ ਡਿਸਟੈਂਸ, ਮਤਲਬ 2 ਪਾਰਟੀਕਲਸ ਦੇ ਵਿੱਚ ਜਿਹੜੀ ਸਪੇਸ ਹੈ ਉਹਨੂੰ ਆਪਾਂ ਇੰਟਰ ਪਾਰਟੀਕਲ ਸਪੇਸ ਕਹਿੰਦੇ ਆ। ਸੋ ਜਿੱਦਾਂ ਕਿ ਤੁਸੀਂ ਡਾਇਗਰਾਮ ਵਿੱਚ ਦੇਖ ਸਕਦੇ ਹੋ ਵੀ ਸੋਲਿਡ ਦੇ ਵਿੱਚ ਕੀ ਹੈ, ਜਿਹੜੇ ਇੰਟਰ ਪਾਰਟੀਕਲ ਸਪੇਸ ਹੈ ਬਹੁਤ ਘੱਟ ਹੈ। ਸੋ ਇਹ ਪਾਰਟੀਕਲ ਈਜ਼ੀਲੀ ਮੂਵ ਔਨ ਨਹੀਂ ਕਰ ਸਕਦੇ। ਸੋ ਇਸ ਕਰਕੇ ਆਪਾਂ ਕਹਿੰਦੇ ਆ ਵੀ ਜਿਹੜੇ ਸੋਲਿਡਸ ਹੈ ਉਹਨਾਂ ਦਾ ਇੱਕ ਡੈਫੀਨੇਟ ਵੋਲਿਊਮ ਹੁੰਦਾ ਹੈ। ਡੈਫੀਨੇਟ ਵੋਲਿਊਮ ਮਤਲਬ ਉਹਨਾਂ ਦੀ ਕਹਿ ਲਓ ਉਹਨਾਂ ਦਾ ਫਿਕਸ ਆਇਤਨ ਹੁੰਦਾ। ਆਇਤਨ ਮੇਰਾ ਖਿਆਲ ਹੈ ਤੁਸੀਂ ਸਮਝ ਗਏ ਹੋਣਗੇ ਵੋਲਿਊਮ ਵਰਡ। ਸੋ ਨੈਕਸਟ ਚੀਜ਼ ਹੈ ਐਂਡ ਹੈਵ ਅ ਫਿਕਸਡ ਸ਼ੇਪ, ਔਰ ਇਹਨਾਂ ਦੀ ਇੱਕ ਫਿਕਸ ਸ਼ੇਪ ਹੈ। ਫੋਰ ਐਗਜ਼ਾਮਪਲ ਗੱਲ ਕਰਾਂ ਮੈਂ, ਕੁਰਸੀ ਹੈ, ਕਾਪੀ ਹੈ, ਪੈਨ ਹੈ, ਹੁਣ ਇਹਨਾਂ ਨੂੰ ਮੈਂ ਤੋੜ ਮਰੋੜ ਕਰਕੇ ਇਹਨਾਂ ਦੀ ਸ਼ੇਪ ਤਾਂ ਨਹੀਂ ਚੇਂਜ ਕਰ ਸਕਦੀ, ਇਹਨਾਂ ਦੀ ਸ਼ੇਪ ਤਾਂ ਫਿਕਸ ਹੀ ਰਹੇਗੀ। ਸੋ ਦੀਜ਼ ਆਰ ਕਾਲਡ ਐਜ਼ ਸੋਲਿਡਸ। ਨੈਕਸਟ ਚੀਜ਼ ਜੋ ਹੈ ਦੈਟ ਇਜ਼ ਲਿਕੁਇਡ। ਸੋ ਲਿਕੁਇਡ ਕੀ ਹੈ, ਫੋਰ ਐਗਜ਼ਾਮਪਲ ਮੈਂ ਗੱਲ ਕਰਾਂ ਪਾਣੀ ਦੀ। ਸੋ ਲਿਕੁਇਡ ਵਿੱਚ ਕੀ ਹੁੰਦਾ ਆ, ਦ ਪਾਰਟੀਕਲਸ ਆਰ ਕਲੋਜ਼ ਟੂ ਈਚ ਅਦਰ, ਜਿਹੜੇ ਪਾਰਟੀਕਲਸ ਆ ਬਹੁਤ ਨੇੜੇ ਆ, ਬਹੁਤ ਜ਼ਿਆਦਾ ਨਹੀਂ, ਸੋਲਿਡ ਤੋਂ ਘੱਟ ਹੋਣਗੇ ਪਰ ਲਿਕੁਇਡ ਸੋਲਿਡ ਤੋਂ ਥੋੜੇ ਦੂਰ ਹੋਣਗੇ। ਸੋ ਦੂਜੀ ਚੀਜ਼ ਹੈ ਇਹਨਾਂ ਵਿੱਚ ਇੰਟਰ ਪਾਰਟੀਕਲ ਡਿਸਟੈਂਸ ਇਜ਼ ਮੋਰ ਦੈਨ ਸੋਲਿਡ। ਹੁਣ ਤੁਸੀਂ ਦੇਖੋ ਪਹਿਲੇ ਵਾਲੇ ਡਾਇਗਰਾਮ ਤੇ ਹੁਣ ਵਾਲੇ ਡਾਇਗਰਾਮ 'ਚ ਡਿਫਰੈਂਸ ਦੇਖੋ, ਤੁਸੀਂ NCERT 'ਚ ਵੀ ਡਾਇਗਰਾਮ ਦੇਖ ਸਕਦੇ ਹੋ ਵੀ ਪਹਿਲਾਂ ਜਿਹੜੇ ਸੋਲਿਡ ਸੀ ਬਹੁਤ ਨੇੜੇ ਸੀ, ਹੁਣ ਦੇਖੋ ਤੁਸੀਂ ਉਹਨਾਂ ਦੇ ਪਾਰਟੀਕਲਸ ਜਿਹੜੀ ਸਪੇਸ ਵੱਧ ਗਈ ਆ। ਹੁਣ ਓਬਵੀਅਸ ਜੀ ਗੱਲ ਹੈ, ਜੇ ਕਿਸੇ ਵੀ ਚੀਜ਼ ਨੂੰ ਸਪੇਸ ਮਿਲੇਗੀ ਉਹ ਮੂਵ ਕਰਨ ਦੀ ਕੋਸ਼ਿਸ਼ ਕਰੇਗੀ। ਸੋ ਲਿਕੁਇਡਸ ਦੇ ਵਿੱਚ ਕੀ ਆ, ਜਿਹੜੇ ਪਾਰਟੀਕਲਸ ਆ ਉਹ ਈਜ਼ੀਲੀ ਮੂਵ ਔਨ ਕਰ ਸਕਦੇ ਆ। ਸੋ ਇਹੀ ਵਜ੍ਹਾ ਆ ਵੀ ਜਿਹੜੇ ਲਿਕੁਇਡ ਨੂੰ ਅਸੀਂ ਕਿਸੇ ਵੀ ਬਰਤਨ 'ਚ ਪਾਉਂਦੇ ਹਾਂ ਉਸੇ ਬਰਤਨ ਦੀ ਸ਼ੇਪ ਲੈ ਲੈਂਦੀ ਹੈ। ਫੋਰ ਐਗਜ਼ਾਮਪਲ ਮੈਂ ਪਾਣੀ ਦੀ ਗੱਲ ਕਰਾਂ, ਮੈਂ ਪਾਣੀ ਇੱਕ ਗਲਾਸ 'ਚ ਪਾਇਆ, ਜੋ ਹੀ ਪਾਣੀ ਨੂੰ ਮੈਂ ਬਾਲਟੀ 'ਚ ਪਾ ਲੂੰਗੀ ਉਹਨੇ ਬਾਲਟੀ ਦੀ ਸ਼ੇਪ ਲੈ ਲੈਣੀ ਆ। ਪਰ ਇੱਕ ਗੱਲ ਨੋਟਿਸ ਕਰਨ ਵਾਲੀ ਹੈ ਵੀ ਜੇ ਮੈਂ ਪਾਣੀ ਨੂੰ ਗਲਾਸ 'ਚ ਪਾਇਆ ਤਾਂ ਉਹ ਗਲਾਸ ਜਿੰਨਾ ਹੀ ਰਹੇਗਾ, ਜਦੋਂ ਮੈਂ ਬਾਲਟੀ 'ਚ ਪਾਉਂਗੀ ਪੂਰੀ ਬਾਲਟੀ ਨਹੀਂ ਭਰੇਗੀ, ਸਿਰਫ ਜਿੰਨਾ ਗਲਾਸ ਪਾਣੀ ਹੋਏਗਾ ਉਨਾ ਹੀ ਭਰੇਗਾ। ਸੋ ਇਹਦੇ ਮੇਰੇ ਕਹਿਣ ਦਾ ਮਤਲਬ ਕੀ ਸੀ ਵੀ ਲਿਕੁਇਡਸ ਦਾ ਵੋਲਿਊਮ ਡੈਫੀਨੇਟ ਹੈ, ਡੈਫੀਨੇਟ ਮੀਨਸ ਫਿਕਸਡ ਹੈ, ਬਟ ਡੂ ਨਾਟ ਹੈਵ ਡੈਫੀਨੇਟ ਸ਼ੇਪ। ਪਰ ਉਹਨਾਂ ਦੀ ਸ਼ੇਪ ਜਿਹੜੀ ਆ ਡੈਫੀਨੇਟ ਨਹੀਂ ਹੈ, ਫਿਕਸ ਨਹੀਂ ਹੈ। ਕਿਉਂ? ਕਿਉਂਕਿ ਉਹਨੂੰ ਜਿਹੜੇ ਬਰਤਨ 'ਚ ਪਾਓ ਉਹ ਉਸੇ ਦੀ ਸ਼ੇਪ ਲੈ ਲੈਂਦਾ। ਠੀਕ ਹੈ ਜੀ, ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਅਗਰ ਤੁਹਾਨੂੰ ਕੋਈ ਡਾਊਟ ਹੋਗਾ ਤਾਂ ਤੁਸੀਂ ਕਮੈਂਟ ਸੈਸ਼ਨ 'ਚ ਨੀਚੇ ਕਰ ਸਕਦੇ ਹੋ ਕਮੈਂਟ, ਆਈ ਵਿਲ ਰਿਪਲਾਈ ਯੂ। ਨੈਕਸਟ ਹੈ ਵਾਟ ਇਜ਼ ਗੈਸ। ਸੋ 2 ਫੇਜ਼ਿਸ ਆਪਾਂ ਪੜ੍ਹ ਚੁੱਕੇ ਹਾਂ, ਸੋਲਿਡ ਐਂਡ ਲਿਕੁਇਡ। ਤੀਜੀ ਚੀਜ਼ ਕੀ ਹੈ, ਗੈਸ। ਸੋ ਮੇਰੀ ਡਾਇਗਰਾਮ ਥੋੜੀ ਇਦਾਂ ਦੀ ਹੈ, ਸੋ ਤੁਸੀਂ NCERT ਵੀ ਦੇਖ ਸਕਦੇ ਹੋ। ਲਾਈਕ ਮੈਂ ਇੱਕ ਫਲਾਸਕ ਲਈ ਆ, ਉਹਦੇ ਵਿੱਚ ਮੈਂ ਕਿਹਾ ਗੈਸ ਦੇ ਮੋਲੀਕਿਊਲਸ ਲਏ ਆ, ਠੀਕ ਹੈ। ਸੋ ਗੈਸ ਦੇ ਜਿਹੜੇ ਮੋਲੀਕਿਊਲ ਤੁਸੀਂ ਦੇਖ ਸਕਦੇ ਹੋ ਲਿਕੁਇਡ ਨਾਲੋਂ ਵੀ ਦੂਰ ਹੈ।
सो लिक्विड मैं तुहानूं दिखाउण दी कोशिश करदी हां। सो लिक्विड विच की सीगा, पार्टिकल्स कुछ डिस्टेंस ते सी, गैस दे विच डिस्टेंस होर भी वध गया। सो गैसिस दे जिहड़े मॉलीक्यूल्स आ ਉਹ लिक्विड ते सॉलिड नालों भी ज़्यादा होणगे दूर। सो इस करके आपां कह सकते हैं भी इंटर पार्टिकल डिस्टेंस इज मोस्ट, सो द पार्टिकल्स कैन ईजिली मूव। हुण इन्हां विच की आ, पार्टिकल्स ते डिस्टेंस बहुत ज़्यादा हो गया सॉलिड ते लिक्विड दे कंपैरिजन, सो दे कैन ईजिली मूव, वो ईजिली मूव ऑन कर सकते हैं। गैसिस गैट ईजिली स्प्रैड इन द स्पेस इन विच दे आर स्प्रेड, जिस स्पेस दे विच मैं उन्होंने पाऊंगी ਉਹਦੇ ਵਿੱਚ ਕੀ ਆ स्प्रे हो जाएंगे। सो ਆਪਾਂ कह सकते हैं गैसिज हैव नाइदर डेफिनेट वॉल्यूम और नॉट डेफिनेट शेप। ये चीज़ की मैं ਤੁਹਾਨੂੰ क्लैरिटी एक एग्जाम्पल लैके कहनी हाँ। मान लो मेरे को की है एक बर्फ का पीस है, ठीक है, बर्फ के पीस की है शेप भी वो फिक्स ही रहनी, भार भी वो उन्ना ही रहना, वॉल्यूम भी वो उन्ना ही रहना। जो पानी बन गया, लिक्विड हो गया, सो लिक्विड विच जिहड़ा पानी है वो शेप तो फिक्स नहीं रहनी ना, वो शेप की है चेंज होएगी। फॉर एग्जाम्पल हुण मैं गैस की एग्जाम्पल लैन लगी, मान लो मैं घर विच अगरबत्ती लगाई, अगरबत्ती जलाई, अगरबत्ती मैं एक कोने ते चलाई कमरे दे, वो जिहड़ी अगरबत्ती आ मूव ऑन करके दूजे कोने तक जल जाएगी। ऑबवियसली गल है जिहड़े गैस के पार्टिकल डिस्टेंस बहुत ज़्यादा आ, सो बहुत ईजीली मूव कर जाएंगे। सो गैसिस का आपां कह सकते भी ना तो इन्हां दा कोई डेफिनेट वॉल्यूम है तो ना ही इन्हां दी कोई डेफिनेट शेप आ, जिथे इन्हां नूं स्प्रे करो सारी जिन्नी थां मिलदी उन्नी थां विच इन्हां ने कवर कर लेना। ओके जी, ओके। सो नैक्सट क्वेश्चन हुण ये उठदा आ भी की ये मैटर दियां स्टेट्स एक दूजे नूं इंटर कन्वर्टेबल हैगियां आ। इंटर कन्वर्टेबल की मैं लिक्विड नूं गैस या गैस नूं लिक्विड च या सॉलिड नूं लिक्विड च कन्वर्ट कर सकदी हां। सो मेरा ख्याल काफ़ी जाने मेरे क्वेश्चन नूं समझ के होणगे। सो आंसर इज यस, हाँ मैं कर सकदी हां कन्वर्ट। सो हाउ, किद्दां कर सकदी हां? सो इहदा आंसर आ भी असी मैटर दियां जिहड़ियां स्टेट्स है उन्हां नूं चेंज कर सकते हैं। किद्दां चेंज कर सकते हैं? बाय चेंजिंग कंडीशन। सिंपल जी गल है। असी की करांगे, जो सॉलिड है उन्होंने मैं की करूँगी गर्म कर दूंगी तो वह पानी बन जाएगा, जे लिक्विड है उन्होंने मैं होर गर्म कर दूंगी तो वह गैस बन जाएंगे। हौली हौली समझते हैं आपां, कोई गल नहीं। सो बाय चेंजिंग टैंपरेचर एंड प्रैशर कंडीशनस वी कैन चेंज द स्टेट्स ऑफ मैटर। सो असी टैंपरेचर ते प्रैशर दियां कंडीशनस चेंज करके असी मैटर दियां स्टेट्स नूं चेंज कर सकते हैं। सो ये एग्जाम्पल मैं तुहानूं होर सौखे तरीके नाल दिंदी हां। सो फस्ट ऑफ ऑल पहले आपां पढ़ लीए। सो सॉलिड इज कन्वर्टेड इनटू लिक्विड, एरो देखो, सॉलिड लिक्विड च कन्वर्ट हो रहा है किद्दां? हीट करन ते। लिक्विड गैस च कन्वर्ट हो रहा है हीट करन ते। सो मेरी एक सौखी जी एग्जाम्पल लई आ, मैं बर्फ का पीस लवां, बर्फ के पीस नूं की मैं बाहर रख ला, फ्रिज चो कढ़ के बाहर रखा या मैं गर्म करा, गर्म करन ते की बन जाएगा? वो पानी। सो हुण सोचो सॉलिड दी बर्फ की जिहड़ी सी वो किहड़ी स्टेट सी? बर्फ सॉलिड सी। जदों मैं उन्होंने गर्म किया वो की बन गया? पानी, लिक्विड। सो लिक्विड नूं मैं होर गर्म किया वो की बन गई? गैस। गैस मीनस वो की बन गई? भाफ। सो आप हुणे डिस्कस किया भी सॉलिड नूं मैं लिक्विड कन्वर्ट कर लिया हीट करके, लिक्विड नूं कन्वर्ट कर लिया गैस हीट करके, ठीक है। सो कि मैं गैस नूं लिक्विड कन्वर्ट कर सकती हाँ? आंसर ही गैस ऑफ कोर्स। जे मैं गैस लवां उन्होंने मैं कूल कर ला, ठंडा कर ला, वो लिक्विड बन जाएगा, और जो लिक्विड मैं होर ठंडा कर ला वो सॉलिड बन जाएगा। सो ये एक एग्जाम्पल है भी मैं भाफ है। हुण आपां देखदे जो आपां चाह या कुछ भी बनाने आ, पानी गर्म रखते हैं, जो पतीले का ढक्कन होंदा है वो नीचे की पानी के ड्रॉप्स जमा हो जांदियां। वो ड्रॉप्स क्यों जमा होंदियां? बिकॉज वो जिहड़े भाफ दे जिहड़े हुंदे वेपर्स हुंदे आ वो की आ तवे दे ढक्कन दे नाल आके की चिपक जांदे आ। सो कि उत्थे ठंडे होके उत्थे गैस बन जांदी आ, लिक्विड बन जांदा, पानी बन जांदा। सो गैस जिहड़ी है वो कूल होके की बन जांदी आ? लिक्विड। सो जे लिक्विड है, लिक्विड नूं मैं होर कूल करा तो सॉलिड बन जांदा। जिद्दां पानी है, पानी नूं मैं फ्रीजर च रखदी हाँ वो ठंडा हो जांदा, बर्फ बन जांदा। ठीक है जी। सो इस तरह असी सॉलिड टू लिक्विड, लिक्विड टू गैस या गैस टू लिक्विड, लिक्विड टू सॉलिड जड़ियाँ स्टेट्स ऑफ मैटर है वो आप कन्वर्ट्स कर सकते हैं। सो अज लिए इन्ना ही। सो तुहाडे लिए क्वेश्चन है, की क्वेश्चन है, इज देयर एनी सिचुएशन वेयर सॉलिड डायरैक्टली चेंजेस टू गैस और गैस डायरैक्टली चेंजेस टू लिक्विड? दैट मीनस कि इदा दी कोई कंडीशन हैगी है जिथे मैं सॉलिड नूं डायरैक्टली गैस च चेंज कर सकती होवां तो गैस नूं सॉलिड च चेंज कर सकती होवां? So please comment your answer
ਜੇ ਤੁਹਾਨੂੰ ਇਹਦਾ ਆਨਸਰ ਪਤਾ ਹੈ ਤੇ ਤੁਸੀਂ ਇਹਨੂੰ ਆਨਸਰ ਜਿਹੜਾ ਆ ਉਹ ਕਮੈਂਟ 'ਚ ਦੱਸ ਸਕਦੇ ਹੋ। ਸੋ ਵੈਸੇ ਮੈਂ ਇਹਦਾ ਆਨਸਰ ਤੁਹਾਨੂੰ ਨੈਕਸਟ ਸੈਸ਼ਨ ਵਿੱਚ ਦੱਸਾਂਗੀ। ਉਦੋਂ ਤੱਕ ਦੇ ਲਈ ਥੈਂਕ ਯੂ ਸੋ ਮਚ, ਬਾਏ ਬਾਏ ਐਂਡ ਵਾਚਿੰਗ ਫॉर ਮਾਈ ਸੈਲਫ। ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ। ਥੈਂਕ ਯੂ ਸੋ ਮਚ।